किरत करन के बिछड़े कर कृपा मेलोरा कर कृपा मेलोरा। सतनाम वाहिगुरु साहिब जीओ। पादों परम भुलाणिया दूजै लगा हेत। लख शिगार बनाया कारज नाही केत। जित दिन देह बिन शशि तित वेलै कह सन प्रेत। पकड़ चलाइन दूत जाम किसै ना देनी पेत। छड़ खड़ोते खिनै माहे जिन स्यों लगा हेत। हाथ मरोड़ै तन कपे स्याहु हुआ सेत। जेहा बीजै सो लुणै कर्मा संदड़ा खेत। नानक प्रभ शरणागति चरण बोहित प्रभ देत। से भादोए नरक ना पाईऐ गुरु रखण वाला हेत। नानक प्रभ शरणागति चरण बोहित प्रभ देत। से भादों नरक ना पाईऐ गुरु रखण वाला हेत। वाहिगुरु जी का खालसा वाहिगुरु जी की फतेह। सतगुरु दीन दुनिया दे मालक दसां पातशाहियां दे परतख प्रगट स्वरूप अकाल मूरत स्वामी शब्द गुरु सतगुरु गुरु ग्रंथ साहिब सच्चे पातशाह जी दे चरना अंदर सभाएमान सत्कारयोग सन्मानयोग साध संगत जी। सतगुरां ने अपार बख्शिश की जो कि पिछले समय विच हजूर दी बख्शिश द्वारा 12 माह बाणी दी विचार आपां कुछ महीने पहला इस अस्थान ते कीती सी और साउण दे महीने तक आपां इस बाणी नूं विचार सके सां। अगले जो 6 महीने ने वो बचे ने और उन्हां दी विचार अज तो आपां समझनी है। निता प्रति रात दे दीवान विच लाहा प्राप्त करना है। आओ सतगुरां दे चरनां विच अरदास करिए कि इन्हां दिनां विच गुरु ग्रंथ साहिब पातशाह जी की बाणी का किणका मात्र बख्शिश साढ़े इस जीवन विच वसे ताकि ये जीवन जो हड्ड मास का एक कच्चा जीवन है
ਇਹਦੇ ਵਿੱਚੋਂ ਅਸੀਂ ਵਾਹਿਗੁਰੂ ਦੇ ਨਾਮ ਨਾਲ ਸਾਂਝ ਪਾਉਣ ਦੀ ਜਾਚ ਗੁਰਬਾਣੀ ਵਿੱਚੋਂ ਸਿੱਖ ਲਈਏ। ਸਤਿਗੁਰੂ ਨੇ ਜਿਵੇਂ ਅੱਜ ਦੇ ਭਾਦਰੋਂ ਦੇ ਮਹੀਨੇ ਵਿੱਚ ਬਚਨ ਕੀਤੇ, ਇਹ ਮਹੀਨਾ ਮੌਸਮ ਦੇ ਤੌਰ ਤੇ ਦੁਵੈਤ ਵਿੱਚ ਹੈ। ਮੌਸਮ ਇੱਕੋ ਜਿਹਾ ਨਹੀਂ ਰਹਿੰਦਾ। ਭਾਦੋਂ ਦੇ ਮਹੀਨੇ ਵਿੱਚ ਇੱਕਦਮ ਬਦਲਦਾ ਹੈ। ਸਤਿਗੁਰੂ ਨੇ ਸਾਡੇ ਜੀਵਨ ਵੱਲ ਧਿਆਨ ਦਿੰਦਿਆਂ ਇਹ ਉਦਾਹਰਨ ਦਿੱਤੀ। ਕਹਿੰਦੇ ਤੂੰ ਇਸ ਭਾਦੋਂ ਦੇ ਮਹੀਨੇ ਵਰਗਾ ਸੁਭਾਅ ਕਦੀ ਨਾ ਬਣਾ। ਹੁਣੇ ਠੰਡ ਸੀ, ਹੁਣੇ ਗਰਮੀ, ਬਦਲੀ ਜਾਂਦਾ ਹੈ ਮੌਸਮ ਇੱਕ ਪਲ ਪਲ ਬਾਅਦ। ਤੂੰ ਆਪਣੇ ਅੰਦਰ ਟਿਕਾਅ ਪੈਦਾ ਕਰ। ਭਾਦਰੋਂ ਦਾ ਮਹੀਨਾ ਹਿੱਲਦਾ ਹੈ, ਬਦਲਦਾ ਹੈ। ਤੂੰ ਟਿਕਾਅ ਨੂੰ ਲੱਭ, ਤੂੰ ਧੀਰਜ ਨੂੰ ਲੱਭ, ਤੂੰ ਟਿਕਣਾ ਸਿੱਖ, ਤੂੰ ਭਰੋਸੇ ਵਿੱਚ ਆ। ਕਿਉਂਕਿ ਤੂੰ ਸੋਚਣਾ ਮੇਰੀ ਜ਼ਿੰਦਗੀ ਦੇ ਸਾਰੇ ਕਾਰਜ ਪੂਰੇ ਹੋ ਜਾਣ। ਇੱਥੇ ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਤੂੰ ਲੱਖਾਂ ਵੀ ਉਦਮ ਕਰ ਲਵੇਂ ਔਰ ਲੱਖਾਂ ਕੰਮ ਸਾਰੇ ਪੂਰੇ ਵੀ ਕਰ ਲੈ ਸੰਸਾਰ ਦੇ। ਆਮ ਤੌਰ ਤੇ ਤੁਸੀਂ ਵੇਖੋਗੇ ਅਸੀਂ ਇਸ ਆਰ ਪਾਰ ਵਿੱਚ ਲੱਗੇ ਰਹਿੰਦੇ ਹਾਂ, ਕੰਮ ਨਿਬੇੜ ਲਈਏ, ਕੰਮ ਕਰ ਲਈਏ, ਕੰਮ ਪੂਰਾ ਕਰ ਲਈਏ। ਪਰ ਵੇਖੋ ਸਾਰੀ ਜ਼ਿੰਦਗੀ ਕੰਮ ਪੂਰੇ ਕਰ ਕਰਕੇ ਵੀ ਕੰਮ ਕਦੀ ਵੀ ਪੂਰੇ ਨਹੀਂ ਹੁੰਦੇ। ਸੱਚਾਈ ਤਾਂ ਇਹ ਹੈ, ਕੰਮ ਕੀ ਨੇ? ਅਸੀਂ ਸੋਚਨੇ ਆ ਧਨ ਇੰਨਾ ਹੋ ਜਾਏ ਜਿਹੜਾ ਕਦੀ ਖਤਮ ਨਾ ਹੋਵੇ, ਬਸ ਇੰਨੀ ਕੁ ਇਹ ਸਾਡਾ ਇੱਕ ਕੰਮ, ਤੇ ਇਹਦੇ ਉੱਤੇ ਅਸੀਂ ਜ਼ੋਰ ਲਾ ਦਿੰਦੇ। ਪਰ ਤੁਸੀਂ ਧਿਆਨ ਦੇਣਾ, ਇਸ ਧਰਤੀ ਤੇ 100% ਲੋਕਾਂ ਵਿੱਚੋਂ 2, 4 ਜਾਂ 5% ਹੀ ਐਸੇ ਲੋਕ ਨੇ ਜਿਹੜੇ ਇਸ ਮੰਜ਼ਿਲ ਨੂੰ ਜਾ ਕੇ ਪਕੜ ਲੈਂਦੇ ਨੇ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਹੁਣ ਸਾਡੀ ਜ਼ਿੰਦਗੀ ਵਿੱਚ ਕੀ ਆਉਣ ਵਾਲੀਆਂ 10-10 ਪੀੜ੍ਹੀਆਂ ਕੋਲੋਂ ਵੀ ਪਦਾਰਥ ਖਤਮ ਨਹੀਂ ਹੋਵੇਗਾ। ਇੰਨਾ ਇਕੱਠਾ ਕਰ ਲਿਆ। ਜਿਹਦੇ ਕੋਲ ਨਹੀਂ ਸੀ, ਚਲੋ ਉਹ ਤਾਂ ਸੋਚਦਾ ਰਹਿੰਦਾ ਹੈ ਕਿ ਮੈਂ ਜਦੋਂ ਇਹ ਸਭ ਕੁਝ ਪੂਰਾ ਕਰ ਲਵਾਂਗਾ ਸੰਤੁਸ਼ਟੀ ਮਿਲੇਗੀ। ਪਰ ਜਿਨ੍ਹਾਂ ਦੇ ਕੋਲ ਇੰਨਾ ਆ ਗਿਆ ਵੀ 10-10, 20-20 ਪੀੜ੍ਹੀਆਂ ਸੋਨੇ ਦੇ ਭਾਂਡਿਆਂ ਵਿੱਚ ਖਾਈ ਜਾਣ ਤੇ ਪਦਾਰਥ ਮੁੱਕਣ ਦੀ ਸੰਭਾਵਨਾ ਹੀ ਨਹੀਂ, ਇੰਨਾ ਇਕੱਠਾ ਹੋ ਗਿਆ। ਪਰ ਜਦੋਂ ਇਹ ਸਾਰਾ ਕੁਝ ਇਕੱਠਾ ਕਰਕੇ ਨਾ ਉਹ ਆਪਣੇ ਮੰਜੇ ਤੇ, ਆਪਣੇ ਆਸਨ ਤੇ ਬਹਿੰਦੇ ਨੇ, ਅੰਦਰ ਇੱਕ ਉਹਨਾਂ ਦੇ ਪਰੇਸ਼ਾਨੀ, ਅੰਦਰ ਇੱਕ ਦੁਬਦਾ, ਅੰਦਰ ਇੱਕ ਹਿੱਲਦਾ ਰਹਿਣਾ, ਕੁਝ ਹੋਰ ਮੰਗਣਾ, ਹੋਰ ਲੱਭਣਾ। ਇਹ ਤੇ ਸਾਡੀ ਜ਼ਿੰਦਗੀ, ਇਹਨੂੰ ਤੇ ਧਰਮ ਕਹਿੰਦੇ ਨੇ। ਮਨੁੱਖ ਕਦੀ ਵੀ ਧਰਮ ਤੋਂ ਵਾਂਝਾ ਨਹੀਂ ਰਹਿ ਸਕਦਾ ਇਸ ਧਰਤੀ ਤੇ, ਭਾਵੇਂ ਉਹ ਇਸ ਜ਼ਮੀਨ ਦੇ ਉੱਤੇ ਸੋਨੇ ਦੇ ਮਹਿਲ ਵੀ ਖੜੇ ਕਰ ਲਵੇ। ਜਦੋਂ ਉਹਨਾਂ ਵਿੱਚ ਬੈਠੇਗਾ, ਉਹਦੇ ਆਤਮ ਦੀ, ਉਹਦੇ ਅੰਤਿਸ਼ਕਰਨ ਵਿੱਚੋਂ ਇੱਕ ਆਵਾਜ਼ ਗੂੰਜ ਜਾਏਗੀ, ਇਹਦੇ ਵਿੱਚ ਤੂੰ ਕਦੀ ਵੀ ਸੰਤੁਸ਼ਟ ਨਹੀਂ ਹੋ ਸਕੇਗਾ। ਹੋਰ ਲੱਭ ਕੁਝ, ਹੋਰ ਲੱਭ ਕੁਝ, ਹੋਰ ਲੱਭ। ਮੈਂ ਇੱਕ ਛੋਟੀ ਜਿਹੀ ਕਹਾਣੀ ਸੁਣੀ, ਆਪ ਜੀ ਨਾਲ ਸਾਂਝੀ ਕਰਦੇ ਹਾਂ। ਇੱਕ ਜੰਗਲ ਵਿੱਚ ਇੱਕ ਆਦਮੀ ਬੜਾ ਗਰੀਬ, ਕੱਪੜੇ ਪਾਟੇ, ਮੈਲੇ ਕੁਚੈਲੇ, ਜੁੱਤੀ ਟੁੱਟੀ ਹੋਈ, ਰੋਜ਼ ਜੰਗਲ ਵਿੱਚ ਜਾਣਾ, ਲੱਕੜਾਂ ਦੀਆਂ 2-4 ਪੰਡਾਂ ਕੱਟਣੀਆਂ, ਸ਼ਹਿਰ ਵਿੱਚ ਵੇਚ ਲੈਣੀਆਂ, ਸ਼ਾਮ ਦਾ ਆਟਾ ਖਰੀਦਣਾ, ਰੋਟੀ ਖਾ ਲੈਣੀ, ਸਵੇਰੇ ਫਿਰ ਕੁਹਾੜਾ ਚੁੱਕਣਾ। ਸਾਰੀ ਉਮਰ ਲੰਘ ਗਈ, ਥੱਕਦਿਆਂ ਬਣਿਆ ਕੁਝ ਨਹੀਂ। ਇੱਕ ਦਿਨ ਉਸ ਰਾਹ ਦੇ ਉੱਤੇ ਇੱਕ ਫਕੀਰ ਦੀ ਝੋਪੜੀ ਸੀ ਤੇ ਉਹ ਇਸ ਨੂੰ ਰੋਜ਼ ਜਾਂਦਿਆਂ ਜੰਗਲ ਵੱਲ ਵੇਖਦਾ। ਉਹਦੇ ਮਨ ਵਿੱਚ ਤਰਸ ਆ ਗਿਆ ਵੀ ਕਿੰਨਾ ਕੀਮਤੀ ਇਹਨੂੰ ਪਰਮਾਤਮਾ ਨੇ ਸਰੀਰ ਦਿੱਤਾ ਹੈ। ਇਹ ਵਿਚਾਰਾ 2 ਰੋਟੀਆਂ ਖਾਣ ਵਾਸਤੇ ਬਸ ਸਰੀਰ ਨੂੰ ਸਾਰਾ ਦਿਨ ਰੋਲਦਾ ਹੈ। ਕਿੱਡਾ ਵੱਡਾ ਰੱਬ ਦੇ ਨਾਮ ਦਾ ਖਜ਼ਾਨਾ ਇਹਦੇ ਅੰਦਰ, ਮੈਂ ਇਹਨੂੰ ਦੱਸ ਦਿਆਂ, ਤੂੰ ਅੰਦਰੋਂ ਵੀ ਲੱਭ, ਬਾਹਰ ਕਿਰਤ ਕਰ। ਇੱਕ ਦਿਨ ਉਹਨੇ ਸੱਦ ਲਿਆ, ਕਹਿਣ ਲੱਗੇ ਕਿੱਧਰ ਜਾਣਾ? ਕਹਿੰਦੇ ਲੱਕੜਾਂ ਗੁਜ਼ਾਰਾ ਕਰਨ ਲਈ ਕੱਟਣਾ। ਉਹਨੇ ਕਿਹਾ ਤੂੰ ਜਿੱਥੇ ਲੱਕੜਾਂ ਕੱਟਣਾ ਇਹਦੇ ਤੋਂ ਥੋੜੀ ਜਿਹੀ 5 ਮੀਲ ਹੋਰ ਅੱਗੇ ਜਾ। ਉਹਨੇ ਕਿਹਾ ਅੱਗੇ ਕੀ? ਕਹਿੰਦੇ ਜਾ ਕੇ ਵੇਖ। ਅੱਗੇ ਚਲਾ ਗਿਆ,
थोड़ी जी अगे गया तो थोड़ा जी महंगी लकड़ आ गई। जदों वढ़ के लियाया ज़्यादा मुल दी विकी। सोचदा भी फकीर बड़ा करामाती, इहने चंगियां लकड़ां नाल धन वधा दिता है। लियाया एक दिन उस फकीर ने फिर पुछया, कहंदे मैं तेनू क्या सी होर अगे जा। उन्हें क्या होर अगे जावां। अगे चला गया। अगे चंदन दा रुख विच विच आउंदे चंदन वढ़ वढ़ के वेचन लग पिया। ते चंदन लिया लिया के साध संगत जी एक दिन उस शहर का सब तो अमीर व्यक्ति बन गया, क्योंकि चंदन बड़ा महंगा है। बड़े बड़े महल, बड़ियां बड़ियां सवारियां। ते ये फकीर घुमदा एक दिन शहर विचों लंघिया, उहदे घर वल वेख के हैरान हो गया भी ते ओही आदमी जिहड़ा बड़ा गरीब सी अज इन्ने वड्डे महल विच हवेली विच बैठा है। वो वेख के चला गया। उन्हें एक शब्द क्या कहन लगे, सजना मैं तेनू क्या सी होर अगे जा, होर अगे। उन्हें क्या होर किन्ना को अगे जावां, मैं तो इस इलाके का सब तो अमीर आदमी बन गया, होर मैनू अगे क्यों भेजदे हो। उन्हें क्या तेरी मूर्खता का कोई अंत नहीं, मैं तेनू कहना होर अगे जा, होर अगे जा। उन्हें पुछया होर कित्थे जावां। कहन लगे अपने हिरदे विच जा, तू ते बाहर ही घुमदा फिरना है। जे तू अमीरी लैनी है ते तेरे अंदर परमात्मा ने नाम दी अमीरी टिकाई हुई। तू ते बाहर ही भुलिया फिरना, बाहर भटकता फिरना है। ओनू लभ, क्योंकि इन्हां बाहर दे पदार्थां ने कदी तेनू सुकून नहीं देना। ये ते सिर्फ गुजारा है, ये ते सिर्फ तेरी जिंदगी दा गुजरान अगे लंघाण वास्ते सी। तू इहदे विचों सुख कित्थों लभ लेंगा। सुख तां है वाहिगुरू दे नाम विच, ओहदे विच टिकेगा। पर मन कहंदा काम सारे सवार ला। सतगुरु सच्चे पातशाह जी ने बचन कीते, किन्ना ना कीए माया काज पूरे। कदी किसे दे काम पूरे नहीं होए, सारे अधूरे छड्ड के मन दे विच छड्ड के सतगुरु गुरु तेग बहादुर साहब सच्चे पातशाह जी तां ही ते साडे जीवन दे इस भुल नूं दर्शाउंदे होए बड़े प्यारे बचन कहंदे, मन की मन ही माहे रही, ना हर भजे ना तीरथ सेवे, चोटी काल गही। मन विच किन्नियां बंतरां संतुष्ट हो जावांगे, रज जावांगे, अगले साल ही हो जाएगा, अगले साल। कौन करेगा संतुष्ट जिन्ना चिर संतुष्ट करन वाली जड़ी बूटी ना लभी। उस ही रब दी याद वो पूरे गुरु ने दिती। सतगुरु ने कहा जिन्ना चिर तेरा जीवन भटकदा रहेगा ना, तू भरोसे विच आ। सब तो पहली दात है मनुखी शरीर दे विच, मनुखी अंतशकरण दे विच साध संगत जी बुराइयां भी बड़ियां ने, चंगियाइयां भी बड़ियां ने। एक बड़ी वड्डी चंगियाई है इहदी जिंदगी विच, वो किहड़ी है? उन्होंने क्या? विश्वास। विश्वास इरादे दी मां है, ख्याल रखना। हर एक गुण एक दूजे विचों निकलदा। असीं कहने साडा इरादा ही कोई नहीं बनता, हिम्मत ही नहीं पैंदी। इरादा कित्थों आवे? बीज ते आया नहीं इरादे दा। इरादे दा बीज है विश्वास, इरादे दा बीज है भरोसा। ते जिस काम विच बंदे दा इरादा नहीं हुंदा, उस काम विच बंदा कदी कामयाब नहीं हुंदा। मैनूं किसी सज्जन ने यह सवाल पुछया सी, धर्मी ते बड़े ने लोग इस धरती ते, पर बहुते लोग कामयाब नहीं हुंदे। मैं क्या, मैं तेरी गल नाल बिल्कुल सहमत हाँ, कोई शक नहीं। तुसीं इस धरती दी मरदमशुमारी करो, गिनती करके वेखो, इस धरती का 70% हिस्सा इस आबादी का तुहानूं धर्मी मिलेगा। किसी ना किसी धर्म नाल जुड़िया होवेगा। की गल होई? कोई किसी पत्थर नूं पूजदा है, कोई मूर्ति नूं, कोई किते झुकदा। झुकदे ते हैं ना, मतलब किसी ना किसी धर्म नूं कोई मन्नी जांदा है। 70% जमीन की आबादी धर्मी है, पर इन्हां विच संतुष्ट बड़े घट लोग हुंदे ने। गल की है? सवाल बहुत गहरा है और ये सच्चा सवाल है। इहदा कारण लभ लेना चाहिए। बड़ी वड्डी गल है
ਕਿਸੇ ਬਿਜ਼ਨਸ ਦੇ ਵਿੱਚੋਂ ਇੰਨੇ ਘੱਟ ਲੋਕ ਕਾਮਯਾਬ ਹੋਣ, ਉਹਦੇ ਬਾਰੇ ਵਿਚਾਰਨਾ ਤੇ ਜ਼ਰੂਰੀ ਪਏਗਾ ਵੀ ਕੀ ਕਮੀ ਰਹਿ ਗਈ। 100 ਵਿੱਚੋਂ 70 ਬੰਦੇ ਧਰਮੀ, ਤੁਸੀਂ ਫੋਲ ਕੇ ਵੇਖੋ ਕਿਤੇ ਨਾ ਕਿਤੇ ਘਰ ਦੇ ਵਿੱਚ ਧਰਮ ਦੇ ਚਿੰਨ੍ਹ ਜ਼ਰੂਰ ਮਿਲ ਜਾਣਗੇ। ਕਾਮਯਾਬ ਕਹਿੰਦਾ ਕਿਉਂ ਨਹੀਂ? ਕਾਮਯਾਬ ਵਾਲਾ ਸਮਾਨ ਹੀ ਕੋਈ ਨਹੀਂ। ਕਾਮਯਾਬੀ ਦਾ ਸਮਾਨ ਹੈ ਇਰਾਦਾ। ਜਿਹੜੇ ਕੰਮ ਵਿੱਚ ਬੰਦੇ ਦਾ ਇਰਾਦਾ ਹੀ ਨਹੀਂ, ਦੁਬਦਾ ਹੈ, ਭਾ ਦੋਏ ਦਾ ਅਰਥ ਹੈ ਦੋ ਟੁਕੜੇ, ਭਾ ਦੋਏ, ਦੋ ਪ੍ਰਕਾਰ ਦੀ ਭਾਵਨਾ। ਇਰਾਦਾ ਤੇ ਹੈ ਹੀ ਨਹੀਂ। ਮਨ ਤੇ ਟੁਕੜਿਆਂ ਵਿੱਚ ਜਿਉਂਦਾ, ਮਨ ਤੇ ਖਿੰਡਿਆ ਹੋਇਆ ਹੈ। ਬੀਜ ਦੇ ਤੇ ਕਈ ਟੁਕੜੇ ਨੇ, ਬੀਜ ਉੱਗੇ ਕਿੱਥੋਂ? ਤੁਸੀਂ ਹੈਰਾਨ ਹੋਵੋਗੇ, ਸ਼ਬਦ ਦੇ ਵਿੱਚ ਪਹਿਲਾਂ ਕਿਹਾ ਦੋ ਪ੍ਰਕਾਰ ਦੀ ਭਾਵਨਾ ਤੇ ਅੱਗੇ ਮੌਤ ਦੀ ਵਿਆਖਿਆ। ਸਾਰੇ ਸ਼ਬਦ ਵਿੱਚ ਮੌਤ ਦੀ ਗੱਲ ਕੀਤੀ ਗਈ, ਕਿਉਂਕਿ ਪਹਿਲਾਂ ਤਾਂ ਬੀਜ ਇੱਕ ਹੋਣਾ ਚਾਹੀਦਾ ਹੈ। ਖਿਆਲ ਰੱਖਣਾ, ਬੀਜ ਦੇ ਟੁਕੜੇ ਹੋਣ, ਬੀਜ ਕਦੀ ਨਹੀਂ ਉੱਗੇਗਾ। ਤੁਸੀਂ ਕਿਸੇ ਅੰਬ ਦੇ ਬੀਜ ਦੇ 4 ਟੁਕੜੇ ਕਰਕੇ ਬੀਜ ਦਿਓ, ਕਿਵੇਂ ਉੱਗੇਗਾ ਉਹ? ਟੁਕੜਿਆਂ ਵਾਲਾ ਬੀਜ ਨਹੀਂ ਉੱਗਦਾ, ਤੇ ਟੁਕੜਿਆਂ ਵਾਲਾ ਮਨ ਵੀ ਰੱਬ ਦੇ ਘਰ ਵਿੱਚ ਪ੍ਰਵਾਨ ਨਹੀਂ ਹੁੰਦਾ। ਮਨ ਦੇ ਟੁਕੜੇ ਕਈ ਨੇ, ਮਨ ਵਿੱਚ ਦਵੈਤ ਬੜਾ ਹੈ, ਗੁਰੂ ਤੇ ਭਰੋਸਾ ਹੈ ਕਿ ਨਹੀਂ, ਮਨ ਟਿਕਿਆ ਕਿ ਨਹੀਂ। ਚਲੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਨੇ ਆ, ਅਰਦਾਸ ਕਰਨੇ ਆ, ਲੋੜ ਪੈ ਗਈ, ਜੇ ਕੰਮ ਹੋ ਗਿਆ ਤਾਂ ਠੀਕ ਹੈ, ਨਹੀਂ ਤਾਂ ਹੋਰ ਕਿਤੇ ਚਲੇ ਜਾਵਾਂਗੇ। ਭਰੋਸਾ ਨਹੀਂ ਨਾ, ਟਿਕਾ ਨਹੀਂ ਹੈ। ਇਰਾਦਾ ਕਿੱਥੋਂ ਪੈਦਾ ਹੋਵੇਗਾ? ਪਹਿਲਾਂ ਮਨ ਟੁਕੜਿਆਂ ਵਿੱਚ ਧਿਆਨ ਦਿਓ, ਇਕਾਗਰਤਾ ਬਖਸ਼ਿਸ਼ ਕਰਨੀ। ਪਹਿਲਾਂ ਬੀਜ ਨੂੰ ਇੱਕ ਹੋਣਾ ਪਏਗਾ ਤਾਂ ਉਹ ਉੱਗੇਗਾ, ਤੇ ਦੂਜਾ ਕੰਮ ਹੋਰ ਹੈ ਬੀਜ ਦਾ, ਉਹ ਵੀ ਬੜਾ ਜ਼ਰੂਰੀ। ਦੋ ਚੀਜ਼ਾਂ ਚਾਹੀਦੀਆਂ ਨੇ ਮਨੁੱਖੀ ਜੀਵਨ ਨੂੰ ਧਰਮ ਵਿੱਚ ਕਾਮਯਾਬ ਹੋਣ ਵਾਸਤੇ। ਪਹਿਲਾਂ ਤੇ ਉਹਨੂੰ ਇੱਕ ਹੋਣਾ ਪਏਗਾ, ਉਹਨੂੰ ਦੋ ਭਾਓ, ਮਨ ਦੇ ਦੋ ਟੁਕੜੇ ਖਤਮ ਕਰਨੇ ਪੈਣਗੇ। ਮਨ ਦੀ ਦੁਬਦਾ, ਸਾਰੀ ਬਾਣੀ ਪੜ੍ਹੋ, ਕਿੰਨਾ ਦਾ ਸਮਾਂ ਘੱਟ ਲੱਗਦਾ ਰੱਬ ਦੇ ਘਰ ਵਿੱਚ ਪਹੁੰਚਦੇ ਹਾਂ। ਕੌਣ ਨੇ ਜਿਹੜੇ ਬਹੁਤ ਜਲਦੀ, ਇੰਨੀ ਜਲਦੀ ਚਲੇ ਜਾਂਦੇ ਨੇ? ਕਿਸੇ ਫਕੀਰ ਕੋਲ ਕੋਈ ਜਗਿਆਸੂ ਗਿਆ ਸੀ, ਉਹਨੇ ਕਿਹਾ ਰੱਬ ਦੇ ਘਰ ਵਿੱਚ ਪਹੁੰਚਣ ਲੱਗਿਆ ਕਿੰਨਾ ਸਮਾਂ ਲੱਗਦਾ? ਉਹਨੇ ਕਿਹਾ 1000 ਸਾਲ। ਉਹ ਚੁੱਪ ਕਰਕੇ ਬੈਠ ਗਿਆ। ਦੂਜਾ ਆਇਆ, ਉਹਨੇ ਪੁੱਛਿਆ ਉਹਦੇ ਘਰ ਵਿੱਚ ਪਹੁੰਚਣ ਦਾ ਸਮਾਂ, ਕਹਿਣ ਲੱਗਾ 500 ਸਾਲ। ਤੀਜਾ ਆਇਆ, ਉਹਨੇ ਵੀ ਪੁੱਛਿਆ, ਉਹਨੂੰ ਕਿਹਾ 100 ਸਾਲ। ਸਾਰੇ ਉਹਦੇ ਵਿਦਿਆਰਥੀ ਸਨ। ਅਗਲਾ ਆਇਆ, ਉਹਨੂੰ ਕਹਿੰਦੇ 10 ਸਾਲ। ਉਸ ਤੋਂ ਅਗਲਾ ਆਇਆ, ਕਹਿੰਦੇ 10 ਘੰਟੇ। ਅਖੀਰਲਾ ਆਇਆ, ਕਹਿੰਦੇ 10 ਮਿੰਟ। ਸਾਰੇ ਹੈਰਾਨ ਸਨ ਵੀ ਇਹ ਚੰਗਾ ਆਗੂ ਹੈ, ਧਰਮ ਦਾ ਝੂਠ ਬੋਲੀ ਜਾਂਦਾ। ਇੱਕ ਨੂੰ 1000 ਸਾਲ, ਇੱਕ ਨੂੰ 500, ਇੱਕ ਨੂੰ 100, ਇੱਕ ਨੂੰ 10। ਇਹ ਕਿਵੇਂ ਦੀ ਧਰਮ ਦੀ ਵਿਆਖਿਆ ਹੈ? ਉਹਨਾਂ ਪੁੱਛਿਆ ਤੁਸੀਂ ਸਾਰਿਆਂ ਨੂੰ ਜਵਾਬ ਵੱਖਰੇ ਦਿੱਤੇ ਨੇ? ਉਹਨੇ ਕਿਹਾ ਜਵਾਬ ਵੱਖਰੇ ਦੇਣੇ ਪੈਣਗੇ, ਕਿਉਂਕਿ ਤੁਹਾਡੇ ਮਨ ਦੀ ਅਵਸਥਾ ਵੀ ਤੇ ਵੱਖਰੀ ਵੱਖਰੀ ਹੈ। ਸਾਰਿਆਂ ਨੂੰ ਇੱਕੋ ਜਿਹਾ ਟਾਈਮ ਥੋੜ੍ਹੀ ਲੱਗੇਗਾ। 1000 ਸਾਲ ਵਾਲੇ ਵਿੱਚ ਤੇ ਅਜੇ 1% ਵੀ ਭਰੋਸਾ ਨਹੀਂ ਬਣਿਆ। ਉਹਨੂੰ ਮੈਂ ਕਿਵੇਂ ਕਹਿ ਦਿਆਂ? ਥੋੜਾ ਜਿਹਾ ਬਣਿਆ, ਝੋਲਾ ਜਿਹਾ ਪੈਂਦਾ ਭਰੋਸੇ ਦਾ। ਗੁਰੂ ਤੇ ਭਰੋਸਾ ਨਹੀਂ ਆਇਆ, ਵਿਸ਼ਵਾਸ ਨਹੀਂ ਆਇਆ। ਸਾਧ ਸੰਗਤ ਜੀ, ਸਿੱਖੀ ਦੇ ਅਰਥ ਇਹ ਨੇ, ਗੁਰੂ ਦੇ ਉੱਤੋਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਦੇਣਾ। ਹੋਰ ਕੋਈ ਜਪ ਤਪ ਉੱਥੇ ਪ੍ਰਵਾਨ ਨਹੀਂ। ਖਿਆਲ, ਇਹ ਜਪ, ਇਹ ਤਪ, ਇਹ ਪਾਠ, ਇਹ ਸਭ ਕੁਝ ਤੇ ਤਾਂ ਕੀਤੇ ਜਾਂਦੇ ਨੇ ਕਿ ਇੱਕ ਦਿਨ ਆਦਮੀ ਆਪਣੇ ਆਪ ਨੂੰ ਆਪਣੇ ਗੁਰੂ ਦੇ ਬਚਨ ਦੇ ਉੱਤੋਂ ਮਾਰਨ ਵਾਸਤੇ ਤਿਆਰ ਹੋ ਜਾਏ। ਬਸ ਇੰਨੀ ਕੁ ਗੱਲ, ਇਸ ਤੋਂ ਵੱਧ ਹੋਰ ਨਹੀਂ। ਇੰਨੇ ਲੰਮੇ ਪਾਠ ਤੇ ਨਿਤਨੇਮ ਤਾਂ ਦਿੱਤੇ ਜਾਂਦੇ ਨੇ, ਬੰਦੇ ਦਾ ਮਨ ਉਸ ਘੜੀ ਵਾਸਤੇ ਤਿਆਰ ਹੋ ਜਾਏ ਜਿਸ ਘੜੀ ਵਿੱਚ ਮਨੁੱਖ ਕਹਿ ਦਿੰਦਾ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗਾ ਮੇਰਾ। ਜਦੋਂ ਸੌਂਪ ਹੀ ਦਿੱਤਾ, ਜਦੋਂ ਦੇ ਹੀ ਦਿੱਤਾ ਸੀ, ਤੇ ਦੇ ਕੇ ਵੀ ਉੱਤੇ ਦਾਅਵਾ ਕਰੀ ਜਾਂਦੇ ਮੈਂ ਦਿੱਤਾ ਹੈ। ਇੱਥੇ ਗੱਲ ਖੜੀ ਹੁੰਦੀ। ਮੈਨੂੰ ਛੋਟੀ ਜਿਹੀ ਇਤਿਹਾਸ ਦੀ ਘਟਨਾ ਚੇਤੇ ਆ ਗਈ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਇੱਕ ਬੜਾ ਵੱਡਾ ਇਲਾਕੇ ਦਾ ਚੌਧਰੀ ਆਉਂਦਾ ਹੈ, ਪਿੱਛੇ ਉਹਦੇ ਬੜੀ ਫੌਜ ਹੈ। ਆ ਕੇ ਮਿਲਿਆ, ਕਹਿਣ ਲੱਗਾ ਤੁਸੀਂ ਮੈਨੂੰ ਚਮਕੌਰ ਦੀ ਗੜੀ ਵਿੱਚ ਯਾਦ ਕਿਉਂ ਨਹੀਂ ਕੀਤਾ? ਪੁੱਛਿਆ ਕਾਹਦੇ ਵਾਸਤੇ? ਕਹਿੰਦੇ ਮੈਨੂੰ ਇੱਕ ਸੁਨੇਹਾ ਭੇਜ ਦਿੰਦੇ, ਮੈਂ ਸਾਹਿਬਜ਼ਾਦੇ ਸ਼ਹੀਦ ਨਹੀਂ ਸੀ ਹੋਣ ਦਿੰਦਾ। ਮੈਂ ਸਾਹਿਬਜ਼ਾਦੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ, ਗੁਰੂ ਆਪਣੇ ਕੌਤਕ ਵਰਤਾਉਂਦਾ ਹੈ ਤੇ ਬੰਦਾ ਸੋਚਦਾ ਹੈ ਗੁਰੂ ਸ਼ਾਇਦ ਕਮਜ਼ੋਰ ਸੀ, ਬੱਚੇ ਤਾਂ ਸ਼ਹੀਦ ਹੋ ਗਏ। ਹਜ਼ੂਰ ਨੇ ਗੱਲ ਟਾਲ ਦਿੱਤੀ, ਕਹਿਣ ਲੱਗੇ ਕੋਈ ਗੱਲ ਨਹੀਂ, ਜਿਵੇਂ ਅਕਾਲ ਪੁਰਖ ਨੇ ਵਰਤਾਉਣਾ ਸੀ ਉਹ ਹੋ ਗਿਆ। ਇਹਨੇ ਫਿਰ ਦੁਹਰਾ ਕੇ ਕਿਹਾ, ਕਹਿੰਦਾ ਨਹੀਂ ਵੇਖੋ ਆ ਪਿੱਛੇ ਮੇਰੀ ਫੌਜ ਦੇ ਵਿੱਚ 6-6 7-7 ਫੁੱਟੇ ਜਵਾਨ ਖੜੇ ਨੇ ਤੇ ਇੱਧਰ ਬੈਠੇ ਸਨ ਗੁਰੂ ਦੇ ਪਿਆਰ ਵਾਲੇ ਸਿੱਖ। ਕਿਸੇ ਦੇ ਕੱਪੜੇ ਪੁਰਾਣੇ, ਕਿਸੇ ਦੀ ਜੁੱਤੀ ਪੁਰਾਣੀ, ਖੁਰਾਕਾਂ ਥੋੜੀਆਂ ਸਨ, ਸਰੀਰ ਵੀ ਕਮਜ਼ੋਰ। ਥੋੜਾ ਜਿਹਾ ਵੇਖ ਕੇ ਹੱਸਿਆ, ਕਹਿੰਦਾ ਮਹਾਰਾਜ ਇਹਨਾਂ ਨੇ ਕੀ ਤੁਹਾਡੀ ਇਮਦਾਦ ਕਰਨੀ ਸੀ, ਇਹ ਤੇ ਵਿਚਾਰੇ ਕਮਜ਼ੋਰ ਬੜੇ ਨੇ। ਸਤਿਗੁਰੂ ਨੇ ਸੋਚਿਆ ਇਹਦੇ ਅੰਦਰ ਹੰਕਾਰ ਦਾ ਬੂਟਾ ਬਹੁਤ ਵੱਡਾ ਹੈ, ਕਿਉਂਕਿ ਗੁਰੂ ਹੋਰ ਸਾਰੀਆਂ ਚੀਜ਼ਾਂ ਬਰਦਾਸ਼ਤ ਕਰ ਲੈਂਦਾ ਹੈ, ਇੱਕ ਹੰਕਾਰ ਤੋਂ ਬਿਨਾਂ। ਖਿਆਲ ਰੱਖਣਾ, ਇਹ ਤੇ ਬਰਦਾਸ਼ਤ ਹੈ ਹੀ ਨਹੀਂ। ਅਸੀਂ ਭਾਵੇਂ ਕਈ ਚੀਜ਼ਾਂ ਬਣਾਈਆਂ ਨੇ, ਕੋਈ ਬੰਦਾ ਨਸ਼ਾ ਕਰਕੇ ਗੁਰਦੁਆਰੇ ਵਿੱਚ ਨਹੀਂ ਆ ਸਕਦਾ, ਚੰਗੀ ਗੱਲ ਹੈ, ਪ੍ਰਬੰਧ ਇਸ ਤਰ੍ਹਾਂ ਦੇ ਹੋਣਾ ਚਾਹੀਦਾ। ਸ਼ਰਾਬ ਨੂੰ ਪ੍ਰਵੇਸ਼ਕਾ ਨਹੀਂ, ਹੋਰ ਕਈ ਚੀਜ਼ਾਂ ਨੂੰ, ਪਰ ਸਾਧ ਸੰਗਤ ਜੀ ਕੁਝ ਗੁਪਤ ਨਸ਼ੇ ਨੇ, ਉਹਨਾਂ ਵਿੱਚ ਇੱਕ ਹੰਕਾਰ ਆਉਂਦਾ ਹੈ, ਉਹ ਗੁਰੂ ਨੂੰ ਕਦੀ ਪ੍ਰਵਾਨ ਨਹੀਂ। ਗਿਣਤੀ ਕਰਕੇ ਵੇਖੋ, ਇਸ ਧਰਤੀ ਦਾ 70% ਹਿੱਸਾ ਇਸ ਆਬਾਦੀ ਦਾ ਤੁਹਾਨੂੰ ਧਰਮ ਹੀ ਮਿਲੇਗਾ, ਕਿਸੇ ਨਾ ਕਿਸੇ ਧਰਮ ਨਾਲ ਜੁੜਿਆ ਹੋਵੇਗਾ। ਕੀ ਗੱਲ ਹੋਈ? ਕੋਈ ਕਿਸੇ ਪੱਥਰ ਨੂੰ ਪੂਜਦਾ ਹੈ, ਕੋਈ ਮੂਰਤੀ ਨੂੰ, ਕੋਈ ਕਿਤੇ ਝੁਕਦਾ। ਝੁਕਦੇ ਤੇ ਹੈ ਨਾ, ਮਤਲਬ ਕਿਸੇ ਨਾ ਕਿਸੇ ਧਰਮ ਨੂੰ ਕੋਈ ਮੰਨੀ ਜਾਂਦਾ। 70% ਜ਼ਮੀਨ ਦੀ ਆਬਾਦੀ ਧਰਮੀ ਹੈ, ਪਰ ਇਹਨਾਂ ਵਿੱਚ ਸੰਤੁਸ਼ਟ ਬੜੇ ਘੱਟ ਲੋਕ ਹੁੰਦੇ ਨੇ। ਗੱਲ ਕੀ ਹੈ? ਸਵਾਲ ਬਹੁਤ ਗਹਿਰਾ ਹੈ, ਔਰ ਇਹ ਸੱਚਾ ਸਵਾਲ ਹੈ, ਇਹਦਾ ਕਾਰਨ ਲੱਭ ਲੈਣਾ ਚਾਹੀਦਾ ਹੈ। ਬੜੀ ਵੱਡੀ ਗੱਲ ਹੈ, ਕਿਸੇ ਬਿਜ਼ਨਸ ਦੇ ਵਿੱਚੋਂ ਇੰਨੇ ਘੱਟ ਲੋਕ ਕਾਮਯਾਬ ਹੋਣ, ਉਹਦੇ ਬਾਰੇ ਵਿਚਾਰਨਾ ਤੇ ਜ਼ਰੂਰੀ ਪਏਗਾ ਵੀ ਕੀ ਕਮੀ ਰਹਿ ਗਈ। 100 ਵਿੱਚੋਂ 70 ਬੰਦੇ ਧਰਮੀ, ਤੁਸੀਂ ਫੋਲ ਕੇ ਵੇਖੋ, ਕਿਤੇ ਨਾ ਕਿਤੇ ਘਰ ਦੇ ਵਿੱਚ ਧਰਮ ਦੇ ਚਿੰਨ੍ਹ ਜ਼ਰੂਰ ਮਿਲ ਜਾਣਗੇ। ਕਾਮਯਾਬ ਕਹਿੰਦਾ ਕਿਉਂ ਨਹੀਂ? ਕਾਮਯਾਬ ਵਾਲਾ ਸਮਾਨ ਹੀ ਕੋਈ ਨਹੀਂ। ਕਾਮਯਾਬੀ ਦਾ ਸਮਾਨ ਹੈ ਇਰਾਦਾ। ਜਿਹੜੇ ਕੰਮ ਵਿੱਚ ਬੰਦੇ ਦਾ ਇਰਾਦਾ ਹੀ ਨਹੀਂ, ਦੁਬਦਾ ਹੈ, ਭਾ ਦੋਏ। ਦੋਏ ਦਾ ਅਰਥ ਹੈ ਦੋ ਟੁਕੜੇ, ਭਾ ਦੋਏ, ਦੋ ਪ੍ਰਕਾਰ ਦੀ ਭਾਵਨਾ। ਇਰਾਦਾ ਤੇ ਹੈ ਹੀ ਨਹੀਂ। ਮਨ ਤੇ ਟੁਕੜਿਆਂ ਵਿੱਚ ਜਿਉਂਦਾ ਹੈ, ਮਨ ਤੇ ਖਿੰਡਿਆ ਹੋਇਆ ਹੈ। ਬੀਜ ਦੇ ਤੇ ਕਈ ਟੁਕੜੇ ਨੇ, ਬੀਜ ਉੱਗੇ ਕਿੱਥੋਂ? ਤੁਸੀਂ ਹੈਰਾਨ ਹੋਵੋਗੇ, ਸ਼ਬਦ ਦੇ ਵਿੱਚ ਪਹਿਲਾਂ ਕਿਹਾ ਦੋ ਪ੍ਰਕਾਰ ਦੀ ਭਾਵਨਾ ਤੇ ਅੱਗੇ ਮੌਤ ਦੀ ਵਿਆਖਿਆ। ਸਾਰੇ ਸ਼ਬਦ ਵਿੱਚ ਮੌਤ ਦੀ ਗੱਲ ਕੀਤੀ ਗਈ, ਕਿਉਂਕਿ ਪਹਿਲਾਂ ਤਾਂ ਬੀਜ ਇੱਕ ਹੋਣਾ ਚਾਹੀਦਾ ਹੈ। ਖਿਆਲ ਰੱਖਣਾ, ਬੀਜ ਦੇ ਟੁਕੜੇ ਹੋਣ, ਬੀਜ ਕਦੀ ਨਹੀਂ ਉੱਗੇਗਾ। ਤੁਸੀਂ ਕਿਸੇ ਅੰਬ ਦੇ ਬੀਜ ਦੇ 4 ਟੁਕੜੇ ਕਰਕੇ ਬੀਜ ਦਿਓ, ਕਿਵੇਂ ਉੱਗੇਗਾ? ਉਹ ਟੁਕੜਿਆਂ ਵਾਲਾ ਬੀਜ ਨਹੀਂ ਉੱਗਦਾ, ਤੇ ਟੁਕੜਿਆਂ ਵਾਲਾ ਮਨ ਵੀ ਰੱਬ ਦੇ ਘਰ ਵਿੱਚ ਪ੍ਰਵਾਨ ਨਹੀਂ ਹੁੰਦਾ। ਮਨ ਦੇ ਟੁਕੜੇ ਕਈ ਨੇ, ਮਨ ਵਿੱਚ ਦਵੈਤ ਬੜਾ ਹੈ, ਗੁਰੂ ਤੇ ਭਰੋਸਾ ਹੈ ਕਿ ਨਹੀਂ, ਮਨ ਟਿਕਿਆ ਕਿ ਨਹੀਂ। ਚਲੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਨੇ ਆ, ਅਰਦਾਸ ਕਰਨੇ ਆ, ਲੋੜ ਪੈ ਗਈ, ਜੇ ਕੰਮ ਹੋ ਗਿਆ ਤਾਂ ਠੀਕ ਹੈ, ਨਹੀਂ ਤਾਂ ਹੋਰ ਕਿਤੇ ਚਲੇ ਜਾਵਾਂਗੇ। ਭਰੋਸਾ ਨਹੀਂ ਨਾ, ਟਿਕਾ ਨਹੀਂ ਹੈ। ਇਰਾਦਾ ਕਿੱਥੋਂ ਪੈਦਾ ਹੋਵੇਗਾ? ਪਹਿਲਾਂ ਮਨ ਟੁਕੜਿਆਂ ਵਿੱਚ ਧਿਆਨ ਦਿਓ, ਇਕਾਗਰਤਾ ਬਖਸ਼ਿਸ਼ ਕਰਨੀ। ਪਹਿਲਾਂ ਬੀਜ ਨੂੰ ਇੱਕ ਹੋਣਾ ਪਏਗਾ ਤਾਂ ਉਹ ਉੱਗੇਗਾ, ਤੇ ਦੂਜਾ ਕੰਮ ਹੋਰ ਹੈ ਬੀਜ ਦਾ, ਉਹ ਵੀ ਬੜਾ ਜ਼ਰੂਰੀ। ਦੋ ਚੀਜ਼ਾਂ ਚਾਹੀਦੀਆਂ ਨੇ ਮਨੁੱਖੀ ਜੀਵਨ ਨੂੰ ਧਰਮ ਵਿੱਚ ਕਾਮਯਾਬ ਹੋਣ ਵਾਸਤੇ। ਪਹਿਲਾਂ ਤੇ ਉਹਨੂੰ ਇੱਕ ਹੋਣਾ ਪਏਗਾ, ਉਹਨੂੰ ਦੋ ਭਾਓ, ਮਨ ਦੇ ਦੋ ਟੁਕੜੇ ਖਤਮ ਕਰਨੇ ਪੈਣਗੇ।
मन की दुविधा। सारी बाणी पढ़ो, किन्ना दा टाइम समा घट लगता रब दे घर विच पहुँचदियां। कौन ने जिहड़े बहुत जल्दी इन्नी जल्दी चले जाते ने। किसी फकीर कोल कोई जग्यासू गया सी, उन्हें क्या रब दे घर विच पहुँचन लग्या किन्ना समा लगता, उन्हें क्या 1000 साल। वो चुप करके बैठ गया। दूजा आया, उन्हें पूछया उहदे घर विच पहुँचन दा समा, कहन लगा 500 साल। तीजा आया, उन्हें भी पूछया, उन्होंने क्या 100 साल। सारे उहदे विद्यार्थी सन। अगला आया, उन्होंने कहंदे 10 साल। उस तो अगला आया, कहंदे 10 घंटे। अखीरला आया, कहंदे 10 मिनट। सारे हैरान सन भी ये चंगा आगू है, धर्म का झूठ बोली जाता है। एक नूं 1000 साल, एक नूं 500, एक नूं 100, एक नूं 10। ये किवें दी धर्म की व्याख्या है। उन्हें पूछया तुसीं सारिआं नूं जवाब वखरे दिते ने। उन्हें क्या जवाब वखरे देने ही पैणगे, क्योंकि तुहाडे मन की अवस्था भी तो वखरी वखरी है। सारिआं नूं इक्को जिहा टाइम थोड़ी लगेगा। 1000 साल वाले विच ते अजे 1% भी भरोसा नहीं बनिया। उन्होंने मैं किवें कह दियां, थोड़ा जिहा बनिया, झोला जिहा पैंदा भरोसे दा। गुरु ते भरोसा नहीं आया, विश्वास नहीं आया। साध संगत जी, सिक्खी दे अर्थ ये ने गुरु दे उत्तों अपनी जिंदगी नूं खत्म कर देना। होर कोई जप तप उत्थे प्रवान नहीं ख्याल। ये जप, ये तप, ये पाठ, ये सब कुछ ते तां कीते जांदे ने कि एक दिन आदमी अपने आप नूं अपने गुरु दे बचन दे उत्तों मारन वास्ते तैयार हो जाए। बस इन्नी को गल, इस तो वध होर नहीं। इन्ने इन्ने लम्मे पाठ ते नितनेम तां दिते जांदे ने बंदे दा मन उस घड़ी वास्ते तैयार हो जाए जिस घड़ी विच मनुख कह दिंदा है, मेरा मुझ में किछ नहीं, जो किछ है सो तेरा, तेरा तुझको सौंपते क्या लागा मेरा। जदों सौंप ही दिता, जदों दे ही दिता सी ते दे के भी उत्ते दावा करी जाने मैं दिता है। इत्थे गल खड़ी हुंदी। मैनूं छोटी जी इतिहास की घटना चेते आ गई। सतगुरु गुरु गोबिंद सिंह पातशाह कोल एक बड़ा वड्डा इलाके का चौधरी आउंदा है। पिछे उहदे बड़ी फौज है। आके मिलिया, कहन लगा तुसी मैनू चमकौर की गढ़ी विच याद क्यों नहीं किया। पुछया कादे वास्ते। कहंदे मैनू एक सुनेहा भेज देंदे, मैं साहिबजादे शहीद नहीं सी होण दिंदा। मैं साहिबजादे कई बारी इस तरह हुंदा है, गुरु अपने कौतक वरताउंदा है ते बंदा सोचदा है गुरु शायद कमज़ोर सी, बच्चे तां शहीद हो गए। हजूर ने गल टाल दिती, कहन लगे कोई गल नहीं, जिवें अकाल पुरख ने वरताउणा सी वो हो गया। इन्हें फिर दोहरा के क्या कहंदा, नहीं वेखो आ पिछे मेरी फौज दे विच 6-6 7-7 फुटे जवान खड़े ने ते इधर बैठे सन गुरु दे प्यार वाले सिख। किसे दे कपड़े पुराने, किसे दी जुत्ती पुरानी, खुराकां थोड़ियां सन, शरीर भी कमज़ोर। थोड़ा जिहा वेख के हसिया, कहंदा महाराज इन्हां ने की तुहाडी इमदाद करनी सी, ते बेचारे कमज़ोर बड़े ने। सतगुरु ने सोचा इहदे अंदर हंकार दा बूटा बहुत वड्डा है, क्योंकि गुरु होर सारियां चीज़ां बर्दाश्त कर लैंदा है, एक हंकार तो बिना। ख्याल रखना ये ते बर्दाश्त है ही नहीं। असी भावें कई चीज़ां बनाईयां ने। कोई बंदा नशा करके गुरुद्वारे विच नहीं आ सकता, चंगी गल है, प्रबंध इस तरह दे होना चाहिए। शराब नूं प्रवेश का नहीं, होर कई चीज़ां नूं। पर साध संगत जी कुछ गुप्त नशे ने, उन्हां विच एक हंकार आउंदा है, वो गुरु नूं कदी प्रवान नहीं। इन्ने चिर नूं सतगुरां दे हत्थां विच एक शस्त्र आया, एक गन आई, बंदूक आ गई। कहन लगे जा
ਆਪਣੇ ਕਿਸੇ ਜਵਾਨ ਨੂੰ ਸੱਦ ਕੇ ਲਿਆ, ਅਸੀਂ ਇਸ ਬੰਦੂਕ ਦਾ ਨਿਸ਼ਾਨਾ ਪਰਖਣਾ, ਗੋਲੀ ਚਲਾ ਕੇ ਵੇਖਣੀ। ਪੁੱਛਿਆ ਕਾਹਦੇ ਵਾਸਤੇ? ਕਹਿੰਦੇ ਕਿਤੇ ਭੁਲੇਖਾ ਨਾ ਲੱਗ ਜਾਏ ਮੈਦਾਨੇ ਜੰਗ ਵਿੱਚ। ਇਹ ਹੈਰਾਨ ਹੋ ਗਿਆ, ਚਲਾ ਤੇ ਗਿਆ, ਸਿਪਾਹੀਆਂ ਨੂੰ ਕਹਿੰਦਾ ਹੈ ਬਈ ਗੁਰੂ ਨੇ ਬੰਦੂਕ ਪਰਖਣੀ, ਸਾਹਮਣੇ ਆਓ। ਉਹਨਾਂ ਨੇ ਕਿਹਾ ਵੀ ਤੇਰਾ ਦਿਮਾਗ ਠੀਕ ਨਹੀਂ, ਕਦੀ ਬੰਦਿਆਂ ਨੂੰ ਮਾਰ ਕੇ ਸ਼ਸਤਰ ਪਰਖੇ ਜਾਂਦੇ ਨੇ। ਜਵਾਬ ਦੇ ਦਿੱਤਾ, ਵਾਪਸ ਮੁੜ ਆਇਆ, ਸਿਰ ਝੁਕਿਆ ਹੋਇਆ ਸੀ। ਸਤਿਗੁਰੂ ਨੇ ਪੁੱਛਿਆ ਆਏ ਨਹੀਂ, ਦੇਰ ਬੜੀ ਹੋ ਗਈ। ਕਹਿਣ ਲੱਗਾ ਜੀ ਉਹ ਤੇ ਜਵਾਬ ਦੇ ਗਏ। ਹਜ਼ੂਰ ਨੇ ਕਿਹਾ ਉਹ ਤੇ ਜਵਾਬ ਦੇ ਗਿਆ, ਤੂੰ ਤੇ ਨਹੀਂ ਜਵਾਬ ਦੇ ਗਿਆ, ਤੂੰ ਸਾਹਮਣੇ ਖੜਾ ਹੋ ਜਾ। ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਗੁਰੂ ਦਾ ਸਾਹਮਣਾ ਕਰਨਾ ਕੋਈ ਸੌਖਾ ਹੈ? ਸਾਧ ਸੰਗਤ ਜੀ, ਪਰਿਕਰਮਾ ਕਰਨੀ ਸੌਖੀ ਹੈ, ਗੁਰੂ ਦੇ ਸਾਹਮਣੇ ਖਲੋਣਾ ਬਹੁਤ ਔਖਾ ਹੈ। ਸਾਰੇ ਕੰਮ ਸੌਖੇ ਨੇ, ਗੁਰੂ ਦਾ ਸਾਹਮਣਾ ਕੌਣ ਕਰੇ? ਗੁਰੂ ਦਾ ਸਾਹਮਣਾ ਉਦੋਂ ਹੀ ਸਿੱਖ ਕਰਦਾ ਜਦੋਂ ਗੁਰੂ ਇੱਕ ਪਾਸੇ ਸਿੱਖ ਦੇ ਉੱਤੇ ਕਸਵੱਟੀ ਲਾਉਂਦਾ ਹੈ ਤੇ ਦੂਜੇ ਹੱਥ ਨਾਲ ਉਹਨੂੰ ਪਕੜ ਲੈਂਦਾ ਹੈ। ਇੱਕ ਹੱਥ ਨਾਲ ਕਸਵੱਟੀ, ਦੂਜੇ ਨਾਲ ਫੜ ਕੇ ਰੱਖਦਾ ਹੈ। ਜਿਵੇਂ ਧੋਬੀ ਇੱਕ ਹੱਥ ਨਾਲ ਕੱਪੜੇ ਤੇ ਡੰਡਾ ਮਾਰਦਾ ਮੈਲ ਕੱਢਣ ਵਾਸਤੇ ਤੇ ਦੂਜੇ ਹੱਥ ਨਾਲ ਉਹਨੂੰ ਕੁੰਜਦਾ, ਇਕੱਠਾ ਕਰਦਾ ਹੈ, ਨਹੀਂ ਤਾਂ ਉਹ ਖਿਲਰ ਜਾਏਗਾ ਸਾਰਾ। ਸਤਿਗੁਰੂ ਨੇ ਕਿਹਾ ਤੂੰ ਖੜਾ ਹੋ ਜਾ। ਇਹਦੇ ਸਰੀਰ ਵਿੱਚੋਂ ਪਸੀਨਾ ਵਹਿਣ ਲੱਗ ਪਿਆ, ਕੱਪੜੇ ਭਿੱਜ ਗਏ। ਹਜ਼ੂਰ ਨੇ ਉਸੇ ਵੇਲੇ ਸੁਨੇਹਾ ਦਿੱਤਾ, ਕਹਿਣ ਲੱਗੇ ਜਾਓ ਫਲਾਣੇ ਤੰਬੂ ਦੇ ਵਿੱਚ 2 ਸਿੱਖ ਬੈਠੇ ਨੇ, ਉਹਨਾਂ ਵਿੱਚੋਂ ਇੱਕ ਨੂੰ ਬੁਲਾ ਕੇ ਲਿਆਓ। ਇੱਕ ਸਿੱਖ ਗਿਆ, ਉਹ ਦਸਤਾਰਾਂ ਸਜਾ ਰਹੇ ਸਨ। ਅੱਧੀਆਂ ਦਸਤਾਰਾਂ ਅਜੇ ਬੱਧੀਆਂ ਸਨ ਤੇ ਅੱਧੀਆਂ ਹੱਥ ਵਿੱਚ ਫੜੀਆਂ ਸਨ। ਜਦੋਂ ਖਬਰ ਮਿਲੀ, ਦੋਵੇਂ ਹੱਥ ਵਿੱਚ ਦਸਤਾਰਾਂ ਫੜ ਕੇ ਦੌੜੇ। ਇੱਕ ਕਹਿੰਦਾ ਮੈਂ ਪਹਿਲਾਂ ਸੁਣਿਆ ਗੁਰੂ ਦਾ ਹੁਕਮ, ਇਸ ਗੋਲੀ ਦਾ ਸ਼ਿਕਾਰ ਮੈਂ ਬਣਨਾ। ਦੂਜਾ ਕਹਿੰਦਾ ਇਸ ਗੋਲੀ ਦਾ ਸ਼ਿਕਾਰ ਮੈਂ ਬਣਨਾ। ਬੜੀ ਹੈਰਾਨੀ ਦੀ ਗੱਲ ਸੀ। ਤੇ ਉਹ ਸੱਜਣ ਡੱਲਾ ਸਾਹਮਣੇ ਖੜਾ ਹੋ ਕੇ ਵੇਖ ਰਿਹਾ ਸੀ, ਕਿਹੜੀ ਮਿੱਟੀ ਦੇ ਬਣੇ ਨੇ ਇਹ, ਕਿਹੜੀ ਮਿੱਟੀ ਦੇ ਬਣੇ ਨੇ। ਇਹਨੇ ਨੂੰ ਸਤਿਗੁਰਾਂ ਨੇ ਮੂੰਹ ਉੱਪਰ ਕਰਕੇ ਫੈਰ ਕਰ ਦਿੱਤਾ। ਸਿੱਖ ਖੜੇ ਹੋ ਗਏ ਸਿਰ ਝੁਕਾ ਕੇ। ਤੇ ਸਤਿਗੁਰੂ ਕਹਿੰਦੇ ਡੱਲਿਆ, ਚਮਕੌਰ ਦੀ ਗੜੀ ਵਿੱਚ 40 ਸਰੀਰ 10 ਲੱਖ ਦੇ ਸਾਹਮਣੇ ਤੇਰੇ ਸਿਪਾਹੀ ਨਹੀਂ ਸਨ ਖੜੇ ਹੋ ਸਕਦੇ। ਉਹਨਾਂ ਤੇ ਕਹਿਣਾ ਸੀ 40 ਬੰਦੇ, ਇੰਨਿਆਂ ਦਾ ਮੁਕਾਬਲਾ ਕਿਵੇਂ? ਇਹ ਉਹ ਲੋਕ ਨੇ ਜਿਨ੍ਹਾਂ ਨੇ ਮੈਨੂੰ ਆਪਣਾ ਆਪ ਦੇ ਦਿੱਤਾ ਹੈ। ਸਾਧ ਸੰਗਤ ਜੀ, ਧਰਮ ਦੇ ਦੂਜੇ ਅਰਥ ਨੇ ਮੌਤ, ਖਿਆਲ ਰੱਖਣਾ, ਹੋਰ ਕੋਈ ਵੀ ਅਰਥ ਨਹੀਂ। ਸੰਤ ਦੇ ਅਰਥ ਨੇ ਮਨੁੱਖ ਦੀ ਮੌਤ, ਮਨੁੱਖ ਦਾ ਖਾਤਮਾ, ਉਹਦੇ ਜੀਵਨ ਦੀ ਸਮਾਪਤੀ। ਕੌਣ ਇਸ ਨੂੰ ਪ੍ਰਵਾਨ ਕਰੇਗਾ? ਇਸੇ ਕਰਕੇ ਤੇ ਅੱਜ ਪਖੰਡੀ ਧਰਮ ਦੇ ਵਿੱਚ, ਜਿੱਥੇ ਪਖੰਡ ਦਾ ਧਰਮ ਸ਼ੁਰੂ ਹੁੰਦਾ ਉੱਥੇ ਲੋਕਾਂ ਦੀਆਂ ਵਾਰਾਂ ਇਕੱਠੀਆਂ ਹੋ ਜਾਂਦੀਆਂ। ਕਿਉਂ? ਉਹ ਤੇ ਬੰਦੇ ਦੀ ਵਾਸ਼ਨਾ ਨੂੰ ਵੱਡਾ ਕਰਦੇ ਨੇ, ਛੋਟਾ ਥੋੜੀ ਕਰਦੇ ਨੇ, ਵੱਢਦੇ ਥੋੜੀ ਨੇ। ਉਹਨਾਂ ਤੇ ਬੰਦੇ ਨੂੰ ਉਹਦੀ ਵਾਸ਼ਨਾ ਨੂੰ ਫੈਲਾਉਣਾ ਹੈ, ਉਹਨੂੰ ਵੱਡਾ ਕਰਨਾ ਹੈ। ਕੌਣ ਉਸ ਥਾਂ ਤੇ ਤੁਰੇ? ਅਸਲ ਵਿੱਚ ਤੁਸੀਂ ਜਿਨ੍ਹਾਂ ਥਾਵਾਂ ਤੇ ਅੱਜ ਧਰਮ ਦੇ ਪੋਸਟਰ ਵੇਖ ਰਹੇ ਹੋ, ਧਰਮ ਨਾਮ ਦੀ ਚੀਜ਼ ਉੱਥੇ ਹੈ ਹੀ ਕੋਈ ਨਹੀਂ। ਧਰਮ ਦੇ ਅਰਥ ਨੇ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇਣਾ, ਤਬਦੀਲ ਕਰ ਦੇਣਾ, ਬਦਲ ਦੇਣਾ, ਆਪਣੀ ਜ਼ਿੰਦਗੀ ਨੂੰ ਲੱਭਣਾ ਵਿੱਚੋਂ, ਆਪਣੇ ਆਪੇ ਨੂੰ ਸੌਂਪ ਦੇਣਾ ਗੁਰੂ ਕੋਲ, ਮਾਰ ਦੇਣਾ। ਇਹਨੂੰ ਕਹਿੰਦੇ ਨੇ ਧਰਮ। ਔਰ ਆਪਣੇ ਆਪ ਨੂੰ ਖੋਜਣ ਤੋਂ ਬਿਨਾਂ ਧਰਮ ਦਾ ਹੋਰ ਕੋਈ ਵੀ ਰਸਤਾ ਨਹੀਂ। ਤੁਸੀਂ ਸੁਣਿਆ ਹੋਵੇਗਾ, ਗੁਰੂ ਅਮਰਦਾਸ ਕੋਲ ਗੁਰੂ ਰਾਮਦਾਸ ਜੀ ਆਏ ਸਨ। ਥਾਂ ਸੀ ਗੋਇੰਦਵਾਲ ਸਾਹਿਬ। ਪੁੱਛਿਆ ਜ਼ਿੰਦਗੀ ਦਾ ਰਸਤਾ। 22 ਸਾਲ ਉੱਥੇ ਰਹੇ ਸਿੱਖ ਬਣ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ। ਗੁਰੂ ਅਮਰਦਾਸ ਪਾਤਸ਼ਾਹ ਨੇ ਇਸ਼ਾਰਾ ਕੀਤਾ, ਕਹਿਣ ਲੱਗੇ ਜਾਓ ਕਈ ਲੈ ਕੇ ਆਓ। ਕਈ ਤੁਸੀਂ ਸਮਝਦੇ ਹੋਵੋਗੇ ਮਿੱਟੀ ਪੁੱਟਣ ਵਾਲੀ। ਕਈ ਲਿਆਓ, ਕਈ ਆ ਗਈ, ਹੋਰ ਵੀ ਕਈਆਂ ਆ ਗਈਆਂ। ਕਹਿੰਦੇ ਇਸ ਥਾਂ ਤੋਂ ਮਿੱਟੀ ਪੁੱਟੋ।
ਇੱਥੇ ਇੱਕ ਬੌਲੀ ਬਣਾਉਣੀ ਹੈ। ਅੱਜ ਤੁਸੀਂ ਵਹਿੰਦੇ ਹੋ ਨਾ ਬੌਲੀ ਸਾਹਿਬ, ਇੱਥੇ ਬੌਲੀ ਬਣਾਉਣੀ ਹੈ। 5 ਫੁੱਟ ਪੁੱਟੀ, 10 ਫੁੱਟ। ਇੱਕ ਸਿੱਖ ਪੁੱਛਦਾ, ਮਹਾਰਾਜ ਕਿੰਨੀ ਕੁ ਪੁੱਟੀਏ? ਹਜ਼ੂਰ ਨੇ ਕਿਹਾ ਜੀ 84 ਪੌੜੀਆਂ ਬਣਨੀਆਂ, 84 ਪੌੜੀਆਂ। ਧਿਆਨ ਦੇਣਾ, ਹੋਰ ਪੁੱਟੋ, ਇਸ ਨੂੰ ਹੋਰ ਪੁੱਟੀ ਜਾਓ। ਗੁਰੂ ਰਾਮਦਾਸ ਜੀ ਨੂੰ ਕਹਿੰਦੇ ਤੁਸੀਂ ਪੁੱਟੋ। ਇਹ ਸਾਰੀ ਮਿੱਟੀ ਗੁਰੂ ਰਾਮਦਾਸ ਜੀ ਨੇ ਆਪਣੇ ਪਵਿੱਤਰ ਸੀਸ ਤੇ ਚੁੱਕ ਕੇ ਕੱਢੀ। ਪੌੜੀਆਂ ਬਣਦੀਆਂ ਗਈਆਂ, 1 2 3 4 5 6। ਆਪ ਜੀ ਹੈਰਾਨ ਹੋ ਗਏ, ਮਨੁੱਖੀ ਸਰੀਰ ਦੀਆਂ ਅੰਦਰਲੀਆਂ ਅਵਸਥਾਵਾਂ ਵੀ 84 ਨੇ। ਸਿੱਧਾਂ ਨੇ ਜਿਹੜੇ ਆਸਣ ਬਣਾਏ ਨੇ ਉਹਨਾਂ ਦੀ ਗਿਣਤੀ ਵੀ 84 ਹੈ। ਜਦੋਂ ਜੂਨਾਂ ਦੀ ਗੱਲ ਚੱਲਦੀ ਹੈ ਉੱਥੇ 84 ਲੱਖ ਕਹਿੰਦੇ ਨੇ। ਜਦੋਂ ਬੌਲੀ ਵੱਲ ਝਾਤੀ ਮਾਰਨੇ ਆ ਉਹਦੀਆਂ ਪੌੜੀਆਂ ਵੀ 84 ਨੇ। ਜਦੋਂ ਬੌਲੀ ਪੁੱਟਦੇ ਗਏ, ਰਾਹ ਵਿੱਚ ਕਈ ਥਾਵਾਂ ਤੇ ਰੋੜੇ ਆਏ, ਕਈ ਥਾਵਾਂ ਤੇ ਪੱਥਰ ਆਏ, ਕਈ ਥਾਵਾਂ ਤੇ ਇੰਨਾ ਸਖਤ ਥਾਂ ਆ ਗਿਆ ਵੀ ਉਹਨੂੰ 1 ਫੁੱਟ ਨੂੰ ਪੁੱਟਣ ਵਿੱਚ ਕਿੰਨਾ ਸਮਾਂ ਲੱਗ ਗਿਆ। ਤੇ ਕਈ ਵਾਰੀ ਇੰਨਾ ਸਾਫ਼ ਥਾਂ ਆ ਗਿਆ ਵੀ ਜਲਦੀ ਪੁੱਟਿਆ ਗਿਆ, ਬੌਲੀ ਬਣਦੀ ਗਈ। ਇਹ ਹੈ ਸਿੱਖ ਦੀ ਸਾਧਨਾ ਦਾ ਸਿਸਟਮ। ਜਦੋਂ ਆਪਣੇ ਆਪ ਨੂੰ ਖੋਜਦਾ ਹੈ, ਕਈ ਥਾਂ ਐਸੇ ਆਉਂਦੇ ਨੇ 2-2 ਸਾਲ ਬਾਣੀ ਪੜ੍ਹਦਾ ਰਹਿੰਦਾ, ਰਸ ਨਹੀਂ ਆਉਂਦਾ, ਕਿਉਂਕਿ ਕਈ ਕੜ ਸਖਤ ਆ ਜਾਂਦੇ ਨੇ। ਜਦੋਂ ਬੌਲੀ ਪੱਟਦਿਆਂ ਨੀਵੇਂ ਥਾਂ ਤੇ ਚਲੀ ਗਈ, ਨੀਵੇਂ ਥਾਂ ਤੇ ਜਿੱਥੇ ਪਾਣੀ ਆਉਣਾ ਸੀ ਉੱਥੇ ਇੱਕ ਬੜਾ ਵੱਡਾ ਪੱਥਰ ਆ ਗਿਆ, ਕੜ ਆ ਗਿਆ, ਜਿਹੜਾ ਟੁੱਟਦਾ ਨਹੀਂ। ਧਿਆਨ ਦੇਣਾ, ਤਵੱਜੋ ਦੇਣਾ, ਉਹ ਕੜ ਨਹੀਂ ਟੁੱਟਦਾ। ਗੁਰੂ ਅਮਰਦਾਸ ਜੀ ਨੂੰ ਪੁੱਛਿਆ, ਇੱਕ ਸਿੱਖ ਕੋਲ ਖੜਾ ਸੀ, ਉਹਦਾ ਨਾਂ ਸੀ ਮਾਣਕ। ਕਹਿੰਦੇ, ਮਾਣਕ ਜਾ ਆ ਹਥੌੜਾ ਚੁੱਕ ਤੇ ਖਿੱਚ ਕੇ ਮਾਰ ਉਸ ਥਾਂ ਤੇ ਜਿੱਥੇ ਪਾਣੀ ਦੇ ਅੱਗੇ ਪੱਥਰ ਅੜਿਆ ਹੋਇਆ, ਖੂਹ ਦੇ ਵਿੱਚ, ਬੌਲੀ ਦੇ ਵਿੱਚ। ਮਾਣਕ ਥੱਲੇ ਚਲਾ ਗਿਆ। ਮਾਣਕ ਨੇ ਜਾ ਕੇ ਵਦਾਨ ਨਾਲ ਖਿੱਚ ਕੇ ਚੋਟ ਮਾਰੀ। ਜਦੋਂ ਕੜ ਪੱਥਰ ਟੁੱਟ ਗਿਆ ਨਾ, ਪਾਣੀ ਬੜੀ ਤੇਜ਼ੀ ਨਾਲ ਫੁਹਾਰੇ ਮਾਰ ਕੇ ਉੱਪਰ ਨੂੰ ਚੜਿਆ। ਮਾਣਕ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਨਿਕਲ ਨਹੀਂ ਸਕਿਆ। ਪਾਣੀ ਨੇ ਵਿੱਚ ਹੀ ਡੋਬ ਦਿੱਤਾ, ਖਤਮ ਕਰ ਦਿੱਤਾ। ਪਾਣੀ ਸਿੱਧਾ ਉੱਪਰ ਚੜ ਗਿਆ, ਮਾਣਕ ਡੁੱਬ ਗਿਆ। ਰੌਲਾ ਪੈ ਗਿਆ, ਮਾਣਕ ਡੁੱਬ ਗਿਆ। ਗੁਰੂ ਅਮਰਦਾਸ ਜੀ ਨੂੰ ਪਤਾ ਲੱਗਾ। ਹਜ਼ੂਰ ਕਹਿੰਦੇ ਨੇ, ਡੁੱਬਣ ਤੋਂ ਬਿਨਾਂ ਤਰਿਆ ਨਹੀਂ ਜਾਂਦਾ। ਗੁਰੂ ਦੀ ਰਮਜ ਨੂੰ ਕੌਣ ਸਮਝੇ। ਥੋੜਾ ਸਮਾਂ ਲੰਘਿਆ ਤੇ ਮਾਣਕ ਤਰ ਕੇ ਉੱਤੇ ਆ ਗਿਆ। ਸਿੱਖਾਂ ਨੇ ਫੜ ਕੇ ਲਿਆਂਦਾ, ਹਜ਼ੂਰ ਨੇ ਬਖਸ਼ਿਸ਼ ਕੀਤੀ, ਉਹ ਜਿੰਦਾ ਹੋ ਗਿਆ। ਇਹ ਸਾਰੀ ਘਟਨਾ ਕੀ ਸੀ? ਅਸਲ ਵਿੱਚ ਜਿੰਨਾ ਚਿਰ ਮਨੁੱਖ ਦੀ ਇੱਕ ਵਾਰੀ ਮੌਤ ਨਹੀਂ ਹੁੰਦੀ, ਉਸ ਨੂੰ ਜੀਵਨ ਨਹੀਂ ਮਿਲਦਾ। ਇਹ ਬੌਲੀ ਨਹੀਂ, ਇਹ ਮਨੁੱਖੀ ਜੀਵਨ ਨੂੰ ਖੋਦ ਕੇ ਆਪਣੀ ਜ਼ਿੰਦਗੀ ਦੇ ਵਿੱਚੋਂ ਅੰਮ੍ਰਿਤ ਲੱਭਣ ਦੀ ਇੱਕ ਵਿਧੀ ਹੈ। ਤੇ ਜਦੋਂ ਮਨੁੱਖ ਇਹਨੂੰ ਲੱਭਦਾ ਹੈ, ਉਹ ਬਿਲਕੁਲ ਉਸ ਬੌਲੀ ਵਾਲੀ ਕਿਰਿਆ ਵਿੱਚੋਂ ਲੰਘਦਾ। ਜਿਵੇਂ ਉਹ ਬੌਲੀ ਪੁੱਟੀ, ਉੱਥੇ ਲੋਹੇ ਦੀ ਕਈ ਕੰਮ ਕਰਦੀ। ਇੱਥੇ ਸਤਿਗੁਰੂ ਕਹਿੰਦੇ, ਅੰਤਰ ਖੂੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਿਹਾਰੀ। ਜਦੋਂ ਗੁਰੂ ਦਾ ਸਿੱਖ ਨਾਮ ਨੂੰ, ਸ਼ਬਦ ਨੂੰ ਵਾਰ-ਵਾਰ ਜਪਦਾ ਹੈ ਤੇ ਉਹਦੀ ਜ਼ਿੰਦਗੀ ਦੇ ਅੰਦਰ ਖੂਹ ਦੇ ਸੋਮੇ ਦੇ ਉੱਤੇ ਪਏ ਹੋਏ ਜਿੰਨੇ ਵੀ ਕੂੜੇ ਕਬਾੜ ਨੇ, ਉਹ ਕੂੜਾ ਬਾਹਰ ਨਿਕਲਦਾ ਜਾਂਦਾ, ਉਹ ਮਿੱਟੀ ਬਾਹਰ ਨਿਕਲਦੀ ਹੈ। ਜਿਉਂ-ਜਿਉਂ ਆਪਣੇ ਧੁਰੇ ਤੱਕ ਚਲਾ ਜਾਂਦਾ ਹੈ, ਉੱਥੇ ਜਾ ਕੇ ਇੰਨਾ ਤੇਜ਼ ਅੰਮ੍ਰਿਤ ਦਾ ਸੋਮਾ ਫੁੱਟਦਾ ਹੈ। ਜਿਵੇਂ ਮਾਣਕ ਉਸ ਪਾਣੀ ਵਿੱਚ ਡੁੱਬਾ ਸੀ, ਉਸੇ ਤਰ੍ਹਾਂ ਮਨੁੱਖੀ ਮਨ ਉਸ ਅੰਮ੍ਰਿਤ ਦੇ ਫੁਹਾਰਿਆਂ ਵਿੱਚ ਬਚਦਾ ਡੁੱਬ ਕੇ ਖਤਮ ਹੋ ਜਾਂਦਾ। ਉਹਦੇ ਵਿੱਚ ਮਨ ਮਰਦਾ ਹੈ ਤੇ ਮਨ ਮਰਨ ਤੋਂ ਬਾਅਦ ਨਵਾਂ ਮਨ ਜਿੰਦਾ ਹੁੰਦਾ ਹੈ। ਪਹਿਲਾਂ ਉੱਥੇ ਮਨ ਮਰੇਗਾ। ਸੱਚ ਜਾਣੋ, ਜਿਸ ਥਾਂ ਤੇ ਅਸੀਂ ਬੈਠੇ ਹਾਂ, ਅਸੀਂ ਜੀਵਨ ਤੇ ਮੰਗਨੇ ਹਾਂ, ਪਰ ਜੀਵਨ ਮੌਤ ਦੀ ਕਿਰਿਆ ਵਿੱਚੋਂ ਲੰਘਣ ਤੋਂ ਬਿਨਾਂ ਨਹੀਂ। ਜਦੋਂ ਗੁਰੂ ਕੇ ਸ਼ਬਦ ਦੀ ਕਮਾਈ ਮਨੁੱਖ ਕਰਦਾ ਤੇ ਉਹਦੇ ਮਨ ਦੀਆਂ ਸਾਰੀਆਂ ਬਿਮਾਰੀਆਂ ਅੰਦਰੋਂ ਇੱਕ ਬੁਰਾਈ ਕੱਲੀ ਕਰਕੇ ਮਰਨੀ ਸ਼ੁਰੂ ਹੋ ਜਾਂਦੀ ਹੈ। ਉਹਦੀ ਮੌਤ ਹੁੰਦੀ ਹੈ। ਜਦੋਂ ਸਾਰੀਆਂ ਬੁਰਾਈਆਂ ਮਰ ਜਾਂਦੀਆਂ ਨੇ, ਅੰਦਰੋਂ ਅਸਲੀ ਮਨੁੱਖ ਜਨਮ ਲੈਂਦਾ ਹੈ।
ਅਜੇ ਤਾਂ ਸਾਡੇ ਸਰੀਰ ਦਾ ਜਨਮ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਤੁਹਾਡਾ ਤੇ ਅਜੇ ਜਨਮ ਹੋਇਆ ਹੀ ਨਹੀਂ ਹੈ, ਤੁਸੀਂ ਤੇ ਅਜੇ ਉਸੇ ਤਰ੍ਹਾਂ ਹੀ ਪਏ ਹੋ। ਸਰੀਰ ਜੰਮਿਆ, ਸਰੀਰ ਨੇ ਮਰ ਜਾਣਾ, ਬਸ ਪਤਾ ਨਹੀਂ ਕਿੰਨੀ ਵਾਰੀ ਸਰੀਰ ਜੰਮਦਾ, ਕਿੰਨੀ ਵਾਰੀ ਮਰਦਾ ਹੈ। ਨਾ ਅਸੀਂ ਉਸ ਰਾਹ ਤੇ ਤੁਰੇ ਹਾਂ, ਨਾ ਸਾਡੇ ਮਨ ਦੀ ਮੌਤ ਹੋਈ ਹੈ, ਨਾ ਸਾਨੂੰ ਉਹ ਜੀਵਨ ਮਿਲਿਆ ਜਿਹਦੀ ਪਰਤ ਕੇ ਕਦੀ ਮੌਤ ਨਹੀਂ ਹੁੰਦੀ, ਜਿਸ ਜ਼ਿੰਦਗੀ ਦਾ ਕਦੀ ਖਾਤਮਾ ਨਹੀਂ ਹੁੰਦਾ, ਸਮਾਪਤੀ ਨਹੀਂ ਹੁੰਦੀ। ਉਹ ਰਸਤਾ ਅਸੀਂ ਕਦੀ ਚੁਣਿਆ ਨਹੀਂ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸਾਂ, ਸਿੱਖੀ ਦੀ ਸੰਪੂਰਨ ਕਿਰਿਆ ਸਭ ਤੋਂ ਪਹਿਲਾਂ ਭਾਦੋਏ ਦੇ ਅਰਥ ਨੇ 2 ਪ੍ਰਕਾਰ ਦਾ ਮੌਸਮ। ਤੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਜਿੰਨਾ ਚਿਰ ਤੇਰੇ ਮਨ ਦੇ ਵਿੱਚ ਭਾਦਰੋਂ ਦੇ ਮਹੀਨੇ ਵਾਲੀ ਅਵਸਥਾ ਹੈ, ਭਾਵ ਤੇਰੇ ਮਨ ਦੇ ਵਿੱਚ 2 ਪ੍ਰਕਾਰ ਦੇ ਵਿਚਾਰ ਨੇ, ਇੱਕ ਵਿਸ਼ਵਾਸ ਤੇ ਦੂਜਾ ਬੇਵਿਸ਼ਵਾਸੀ, ਇੱਕ ਭਾਵਨਾ ਤੇ ਦੂਜੀ ਕਠੋਰਤਾ, ਉਹਨਾਂ ਚਿਰ ਤੂੰ ਇਸ ਮਾਰਗ ਤੇ ਤੁਰ ਨਹੀਂ ਸਕੇਗਾ। ਪਹਿਲਾਂ ਆਪਣੇ ਮਨ ਨੂੰ ਸਥਿਰ ਕਰ, ਆਪਣੇ ਮਨ ਨੂੰ ਵਾਰ ਦੇ ਆਪਣੇ ਗੁਰੂ ਦੇ ਉੱਤੋਂ, ਪਰਵਾਰ ਕਰਦੇ ਉਸ ਦੇ ਉੱਤੋਂ, ਵਾਰ ਦੇ ਆਪਣੀ ਜ਼ਿੰਦਗੀ ਨੂੰ ਪਹਿਲਾਂ ਇਕਾਗਰ ਕਰੇਗਾ। ਉਹਦੇ ਤੋਂ ਬਾਅਦ ਫਿਰ ਕੀ ਹੋਵੇਗਾ, ਜਿਵੇਂ ਬੀਜ ਪਹਿਲਾਂ ਇੱਕ ਹੁੰਦਾ ਹੈ, ਜੇ ਇੱਕ ਹੋਏ ਤਾਂ ਉਗਵੇਂ, ਉੱਥੇ ਇੱਕ ਦੂਜੀ ਘਟਨਾ ਵਾਪਰਦੀ ਹੈ। ਦੂਜੀ ਘਟਨਾ ਕੀ ਹੈ, ਪਹਿਲਾਂ ਬੀਜ ਇੱਕ ਹੋਵੇ ਤੇ ਤਾਂ ਉਗਦਾ ਹੈ, ਤੇ ਦੂਜਾ ਜਦੋਂ ਉਗਦਾ ਹੈ ਉਦੋਂ ਬੀਜ ਦੀ ਮੌਤ ਹੋ ਜਾਂਦੀ ਹੈ ਨਾਲ ਦੀ ਨਾਲ। ਬੂਟਾ ਬਣਦਾ ਹੀ ਤਾਂ ਹੈ ਜੇ ਬੀਜ ਮਰੇ। ਤੇ ਇਹਨਾਂ ਦਿਨਾਂ ਵਿੱਚ ਬਸੰਤ ਚੱਲਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਸੰਤ ਰਾਗ ਵਿੱਚ ਬੜੀ ਬਾਣੀ ਆਈ। ਰੁੱਖਾਂ ਦੀ ਗੱਲ ਕੀਤੀ ਗਈ, ਫੁੱਲਾਂ ਦੀ ਗੱਲ ਕੀਤੀ ਗਈ। ਕਿਉਂ? ਕਿਉਂਕਿ ਸਤਿਗੁਰੂ ਕਹਿੰਦੇ ਨੇ ਤੇਰੇ ਮਨ ਨੂੰ ਕਦੀ ਬਸੰਤ ਦੀ ਸੋ ਨਹੀਂ ਲੱਗੀ, ਖਬਰ ਨਹੀਂ ਮਿਲੀ, ਉਸੇ ਤਰ੍ਹਾਂ ਹੀ ਸੜਦਾ ਭੁੱਜਦਾ ਰਹਿੰਦਾ, ਇਹਦੇ ਵਿੱਚ ਕਦੀ ਫੁੱਲ ਨਹੀਂ ਖਿੜੇ। ਇਸ ਮਨ ਕੋ ਬਸੰਤ ਕੀ ਲੱਗੈ ਨਾ ਸੋਏ, ਇਹ ਮਨ ਜਲਿਆ ਦੂਜੈ ਦੋਏ। ਟੁਕੜਿਆਂ ਵਿੱਚ ਇਸ ਕਰਕੇ ਉੱਗੇ ਕਿਵੇਂ? ਦੂਜੀ ਗੱਲ ਇਹ ਆਪਣੇ ਆਪ ਨੂੰ ਕੰਜੂਸ ਹੋ ਕੇ ਫੜ ਕੇ ਬੈਠਾ ਹੈ। ਆ ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਆਮ ਤੌਰ ਤੇ ਤੁਸੀਂ ਮੰਗਲਾ ਚਰਨਾਂ ਵਿੱਚ ਪੜ੍ਹਦੇ ਹੋ, ਜਿਹਦੇ ਵਿੱਚ ਸਾਹਿਬ ਕਹਿੰਦੇ ਨੇ, ਬਹੁਤੇ ਫੇਰ ਭਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ। ਕਿਰਪਨ ਸ਼ਬਦ, ਕਿਰਪਨ ਸ਼ਬਦ ਦੇ ਅਰਥ ਨੇ ਕੰਜੂਸ। ਕਿਰਪਨ ਸ਼ਬਦ ਦੇ ਅਰਥ ਨੇ ਜੋ ਛੱਡਣਾ ਨਹੀਂ ਚਾਹੁੰਦਾ ਕੁਝ। ਸਤਿਗੁਰੂ ਕਹਿੰਦੇ ਮੈਂ ਤੇਰੇ ਕੋਲ ਕਈ ਵਾਰੀ ਆਇਆ, ਫੇਰੇ ਪਏ ਨੇ ਵਾਰ-ਵਾਰ ਵਾਰ-ਵਾਰ। ਇੰਨੀ ਵਾਰੀ ਤੇ ਆਉਣ ਦੀ ਲੋੜ ਹੀ ਨਹੀਂ ਸਾਧ ਸੰਗਤ ਜੀ, ਇੱਕੋ ਵਾਰੀ ਮਨੁੱਖ ਆਉਂਦਾ, ਇੱਕੋ ਵਾਰ। ਇੰਨੀ ਵਾਰ ਆਉਣ ਦੀ ਲੋੜ ਨਹੀਂ ਹੈ, ਇੱਕੋ ਵਾਰੀ ਆਉਂਦਾ ਹੈ। ਆਉਂਦਾ ਪਰਤ ਕੇ ਜਾਂਦਾ ਹੀ ਨਹੀਂ, ਉੱਥੇ ਰਹਿ ਗਿਆ। ਅੱਜ ਸਮੇਂ ਦੀ ਇੱਥੇ ਸਮਾਪਤੀ ਹੈ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।